फिल्म टीवी स्टेज की मारूफ अदाकारा आबदा बेग साहिबा मेरे साथ मौजूद हैं। 35 साल शोबिज़ इंडस्ट्री को दिए और अब ये अपनी बीमारी की हालत में अपने घर में मौजूद हैं और बीमारी की हालत में साथी फनकारों ने इनका हाल तक नहीं पूछा। ਠਾਕਰ 3 ਦਿਨ ਆਂਦਾ ਰਿਹਾ, ਇਹਦਾ ਹੱਥ ਫੜ ਕੇ ਮਿਰਜ਼ਾ ਸਾਹਿਬ ਕੋ ਲੈ ਗਏ। ਅਗਰ ਤੁਹਾਨੂੰ ਕੁਝ ਹੋ ਜਾਂਦਾ ਹੈ ਬੇਗਮ, ਮੈਂ ਤੇਰੇ ਇੰਨੇ ਪੁੱਤਰ ਬਣਾ ਦਿੱਤੇ ਨੇ, ਤੇਰੇ ਤੇ ਛਾਂ ਕਰ ਦੇਣੀ ਹੈ। उर्दू पॉइंट की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियोस से बाखबर रह सकें। आपा, सबसे पहले आपका बहुत शुक्रिया कि आपने कीमती वक्त दिया। मुझे ये बताइएगा, 35 साल आपने शोबिज़ इंडस्ट्री में दिए हैं, आपके साथी अदाकार प्रोड्यूसर हजरात आपकी दादरसी के लिए आए हैं? नहीं, ये तो मैंने 4 माह तो किसी को बताया ही नहीं, सिर्फ इसी बात को सोचते हुए कि कोई ये ना समझे कि शायद पता नहीं कुछ लेने के लिए कर रही है। मैं बड़ी खुददार सी औरत हूँ अल्हम्दुलिल्लाह। तो मैं मैंने ना ये 1 महीना हुआ, फिर मैंने ताहर अंजम को सिर्फ फ़ोन किया। तो मैंने फ़ोन किया, कहता हो भाभी सानू तो पता ही नहीं है, तो कोई गल नहीं, 2-3 दिन बाद ना मैं अज फारग होना वा, तो मैं आप भी आवांगा, तो मैं जे अजे नहीं ना आ सकिया तो फिर मैं मुंडे नूं भेजांगा तुहाडे कोल। मैं कहा मैनूं तेरी जरूरत है, तू आएगा, मैनूं मिलेगा, मैनूं खुशी होएगी। यानी अपने जीआं नूं वेख के, क्योंकि असीं कहने जी शोबिज़ साडी सारी अपनी फैमिली वाला साहब है, लेकिन इत्थे कोई फैमिली नहीं, ਜਿਹੜਾ ਸਾਹਮਣੇ में बस ਉਹੀ ਫੈਮਿਲੀ ਹੈ। ਚੜ੍ਹਦੇ ਸੂਰਜ ਨੂੰ ਸਲਾਮ। ਯੈਸ, ਜਿੰਨਾ ਚਿਕਰ ਚਮਕ ਰਹੇ ਹੋ ਨਾ, ਜਿੰਨਾ ਚਿਕਰ ਤੁਸੀਂ ਇਨ ਹੋ, ਉਹਨਾਂ ਚਿਕਰ ਤੁਹਾਨੂੰ ਪੁੱਛਦੇ ਨੇ, ਉਸ ਤੋਂ ਬਾਅਦ ਤੁਸੀਂ ਗੁਮਨਾਮੀ ਦੀ ਜ਼ਿੰਦਗੀ 'ਚ ਚਲੇ ਜਾਂਦੇ ਹੋ। ਫਿਰ ਸਾਡੀ ਫੀਲਡ ਦੀ ਸਭ ਤੋਂ ਵੱਡੀ ਹੈ ਇੱਕ ਗੱਲ ਹੈ ਕਿ ਉਹਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਨੇ, ਔਰ ਆਰਟਿਸਟ ਦੀ ਸਭ ਤੋਂ ਵੱਡੀ ਇਹ ਮੌਤ ਹੈ। ਤੁਸੀਂ ਇੰਡੀਆ ਵਿੱਚ ਵੇਖ ਲਓ ਕਿ ਅਗਲੇ ਆਪਣੇ ਸੀਨੀਅਰ ਫਨਕਾਰਾਂ ਨੂੰ ਅਗਰ ਕੰਮ ਨਹੀਂ ਕਰ ਸਕਦੇ ਨਾ, ਤੇ ਅਗਲੇ ਐਵੇਂ ਕੋਈ ਪ੍ਰੋਗਰਾਮ ਸ਼ੁਰੂ ਕਰ ਦਿੰਦੇ ਨੇ, ਜੱਜ ਬਣਾ ਕੇ ਬਿਠਾ ਦਿੰਦੇ ਨੇ ਉਹਨਾਂ ਦਾ, ਤਾਂ ਕਿ ਸਾਹਮਣੇ ਰਹਿਣ, ਜ਼ਿੰਦਾ ਰਹਿਣ। ਠੀਕ ਹੈ, ਪਹਿਲੇ ਤੇ ਇਸ ਤਰ੍ਹਾਂ ਦੀ ਇਹ ਮੌਤ ਦੇ ਦਿੰਦੇ ਨੇ ਨਾ, ਸਾਡੀ ਫੀਲਡ 'ਚ ਇਹ ਰਿਵਾਜ ਹੈ। ਤੁਸੀਂ ਤੁਹਾਡੇ ਸਾਹਮਣੇ ਹੀ ਨੇ ਕਿ ਬੱਬੂ ਬਰਾਲ और ये सब मिर्ज़ा साहब के शागिर्दों में हैं, जितने भी सुपरस्टार हैं। तो कौन कौन बाय नेम बताएं? बाय नेम ये कि जैसे सुहेल अहमद भी आया तो मिर्ज़ा साहब के पास ही आया कि भाजी मैं सुनिया तुसी जिहदी कंड ते हथ रखदे हो स्टार बन जाता है। तो मैं उदों तुहाडे कोलों उठना थल्लियों जदों तो मिर्ज़ा साहब कहंदे यार कुर्सी ते बैठ, कहंदे नहीं भाजी पहले मेरी कंड ते हथ रख के मेरे नाल वादा करो, मैनूं तुसी स्टार बनाना। ठाकर 3 दिन आंदा रहा, मिर्ज़ा साहब नाल गल करन दी हिम्मत नहीं पई। मैं फिर मैनू किसी ने कहा, फिर मैं ਇਹਦਾ ਹੱਥ ਫੜ ਕੇ ਮਿਰਜ਼ਾ ਸਾਹਿਬ ਕੋ ਲੈ ਗਈ। ਮੈਂ ਕਿਹਾ ਤੂੰ ਆ ਰਿਹਾ ਬੱਚੇ, इफ्तिखार ठाकुर साहब की बात कर रही हैं आप? हाँ जी, ਜ਼ਰਾ ਰੁਕ ਜਾਣਾ ਡਰਾਮਾ ਸੀ ਹੌਰਰ ਮਿਰਜ਼ਾ ਸਾਹਿਬ ਦਾ, ਸਾਡੀ ਆਪਣੀ ਪ੍ਰੋਡਕਸ਼ਨ ਸੀ। ਠੀਕ ਹੈ, ਤੇ 2 ਦਿਨ ਦੇ ਬਾਅਦ ਡਰਾਮਾ ਓਪਨ ਹੋਣਾ ਸੀ। ਮਿਰਜ਼ਾ ਸਾਹਿਬ ਨੇ ਉਹਦੇ ਵਿੱਚ ਇਹਨੂੰ ਐਸੀ ਐਂਟਰੀ ਦਿੱਤੀ, ਉਹਦੇ ਵਿੱਚ ਹੀ ਅੱਲਾ ਨੇ ਇਹਨੂੰ ਬੜਾ अच्छा ठाकुर साहब के अलावा और ਉਹਦੇ ਬਾਅਦ ਵਿੱਕੀ ਆਇਆ, ਤਾਰਕ ਜਵੇਦ ਸਾਹਿਬ ਲੈ ਕੇ ਆਏ। ਨਸੀਮ ਵਿੱਕੀ ਸਾਹਿਬ ਦੀ ਬਾਤ ਕਰ ਰਹੇ? ਅੱਲਾ ਜਨਤਾ ਚ ਕਾਰ ਕਰੇ, ਤਾਰਕ ਜਵੇਦ ਸਾਹਿਬ ਆਏ, ਉਹਨੂੰ ਲੈ ਕੇ, ਉਹਨੂੰ ਇਹ ਲੈ ਕੇ ਆਇਆ ਸੀ ਤਾਰਕ ਜਵੇਦ। ਇਹਨੇ ਲਿਆ ਕੇ ਤਾਰਕ ਜਵੇਦ ਨੇ ਮਿਰਜ਼ਾ ਸਾਹਿਬ ਦੇ ਹੱਥ 'ਚ ਦੀ ਬਾਂਹ ਫੜਾਈ ਕਿ ਇਹ ਫੜੋ, ਇਸ ਬੱਚੇ ਨੂੰ ਭਾਜੀ ਸਟਾਰ ਬਣਾਉਣਾ ਹੈ, ਅੱਛਾ ਬੱਚਾ। ਨਸੀਮ ਵਿੱਕੀ, ਠੀਕ ਹੈ। ਤਾਰਕ ਟੈਡੀ ਛੋਟਾ ਜਿੰਨਾ ਸੀ ਜਦੋਂ ਮੇਰੇ ਘਰ ਹੀ ਪਲਿਆ, ਮੇਰੇ ਘਰ ਹੀ ਰਿਹਾ। ਅੱਛਾ ਜੀ, ਮੈਂ ਖੁਦ ਉਹਨੂੰ ਪਾਲਿਆ। ਤਾਰਕ ਟੈਡੀ ਫੈਸਲਾਬਾਦ ਇੱਥੇ ਲਾਹੌਰ ਮੇਰੇ ਕੋਲ ਰਹਿੰਦਾ ਸੀ, ਛੋਟਾ ਸੀ। ਮੈਂ ਆਪਣੇ ਬੱਚਿਆਂ ਦੀ ਤਰ੍ਹਾਂ ਇਹਨੂੰ ਨਾਲ ਪਾਲਿਆ। ਠੀਕ ਹੈ, ਇਹ ਜਿੰਨੇ ਵੀ ਅਮਾਨਤ ਚੰਦ, ਇਹਨੇ ਵੀ ਇਸੇ ਤਰ੍ਹਾਂ ਹੀ, ਮੈਂ ਪਹਾੜੀ ਤੇ ਬੈਠੀ ਹਾਂ ਕੁਰਸੀ ਤੇ ਮੇਰੇ ਕੋਲ ਬਹਿ ਗਿਆ, ਭਾਬੀ ਮੇਰੇ ਲਈ ਦੁਆ ਕਰ। ਮੈਂ ਐਵੇਂ ਮੇਰੇ ਦਿਲ ਚੋਂ ਹੀ ਨਿਕਲੀ ਗੱਲ। ਮੈਂ ਕਿਹਾ ਜਾਵੇ 1 ਮਹੀਨੇ ਬਾਅਦ ਤੇਰੀ ਅਮਾਨੁੱਲਾ ਦੇ ਬਰਾਬਰ ਤਸਵੀਰ ਲੱਗੇਗੀ। ਇਹ ਮੇਰੇ ਮੂੰਹ ਚੋਂ ਲਫ਼ਜ਼ ਨਿਕਲਿਆ, ਉਧਰੋਂ ਅਜ਼ਾਨ ਹੋ ਗਈ। ਠੀਕ ਹੈ, ਮੈਂ ਕਿਹਾ ਲੈ ਅੱਲਾ ਨੇ ਵੀ ਗਵਾਹੀ ਦੇ ਦਿੱਤੀ। ਇਹ ਬਾਕੀ ਮੁੰਡੇ ਫਿਰ ਸਖਾਵਤ ਨਾਜ਼, ਸਾਜਨ ਅਬਾਸ ਇੱਥੇ ਹੀ ਸੌਂਦੇ ਰਹੇ, ਇੱਥੇ ਹੀ ਰਹਿੰਦੇ ਰਹੇ। ਤੇ ਗੱਲ ਪਤਾ ਮੈਨੂੰ ਇਹਨਾਂ ਦੀ ਤਕਲੀਫ ਹੁਣ ਨਹੀਂ ਹੁੰਦੀ। ਮੈਂ ਇੱਕ ਦਫਾ ਮਿਰਜ਼ਾ ਸਾਹਿਬ ਨੂੰ ਬੈਠੇ ਹੋਏ ਗਿਆ, ਮੈਂ ਕਿਹਾ ਮਿਰਜ਼ਾ ਸਾਹਿਬ ਤੁਸੀਂ ਪੈਸੇ ਨਾਲ ਪਿਆਰ ਕਰਦੇ ਹੋ ਨਾ, ਸਾਡੇ ਕੋਲ ਕੁਝ ਹੋਏਗਾ, ਅਗਰ ਤੁਹਾਨੂੰ ਕੁਝ ਹੋ ਜਾਂਦਾ ਮੈਂ ਚਲੀ ਗਈ ਤੇ ਮੈਂ ਖੁਸ਼ਕਿਸਮਤ ਹੋਵਾਂਗੀ, ਲੇਕਿਨ ਅਗਰ ਖੁਦਾ ਨਾ ਖਾਸਾ ਤੁਹਾਨੂੰ ਕੁਝ ਹੋ ਜਾਂਦਾ ਤੇ ਕੱਖ ਵੀ ਨਹੀਂ ਗਾ ਮੇਰੇ ਕੋਲ ਜਾਂ ਬੱਚਿਆਂ ਕੋਲ, ਤੇ ਮੈਨੂੰ ਕਹਿਣਾ ਉੱਤੇ ਅੱਲਾ ਬੈਠਾ ਨਾ, ਬੇਗਮ ਮੈਂ ਤੇਰੇ ਇੰਨੇ ਪੁੱਤਰ ਬਣਾ ਦਿੱਤੇ ਨੇ ਕਿ ਮੈਨੂੰ ਕੁਝ ਹੋ ਗਿਆ ਨਾ ਤੇ ਇਹਨਾਂ ਨੇ ਤੇਰੇ ਤੇ ਛਾਂ ਕਰ ਦੇਣੀ ਹੈ। ਓਹੋ, ਇਹ ਅਲਫਾਜ਼ ਮਿਰਜ਼ਾ ਸਾਹਿਬ ਦੇ ਮੇਰੇ ਕੰਨਾਂ 'ਚ ਗੂੰਜਦੇ ਨੇ। ਉਹ ਇਹ ਹੋਇਆ ਕਿ ਮੈਂ ਤੀਸਰੇ ਦਿਨ ਡਰਾਮੇ ਤੇ ਚਲੀ ਗਈ। तीसरे दिन मिर्जा साहब की इंतकाल के इद्दत भी पूरी नहीं की ना कुछ भी नहीं। तीसरे दिन मैं ड्रामे ते चली गई सा कि मैं नहीं करांगी, मैं अपने बच्चे की मैं पालांगी। मैं चली गई, मैं जाके तो उत्थे सारे ही वो कास्ट सन जिन्हां नूं हत्थी पड़ा के इत्थों मिर्जा साहब निकले। मैनूं किसी ने नहीं किया कि तुसी क्यों आए हो, असीं इस स्पैल दी पेमेंट तुहानूं दे देंगे, तुसी क्यों आए हो। सखी सरवर साहब नूं
ہن پتہ لگا. اور سخی صاحب مرزا صاحب کی اتنی رسپیکٹ کرتے تھے کہ بے تحاشا. کم از کم آرٹسٹوں کو تو ایک دوسرے کا خیال رکھنا چاہیے, دیکھنا چاہیے کہ یار ہمارا فلاں آرٹسٹ جو ہے اور سینئر آرٹسٹ ہمارا وہ ہمیں نظر نہیں آیا, ہم ان کا پتہ تو کریں, اللہ خیر کرے. ان کی تو کوئی ویلفیئر فاؤنڈیشن ٹائپ بھی بنی ہوئی ہے, پتہ نہیں بنی ہوئی ہے. ہمارا آرٹس کونسل میں 16ویں شو کا فنڈ جمع ہوتا آرٹسٹوں کا. یہ 35 سال سے میں بھی جمع کروا رہی ہوں. تو 15 دن کا ڈرامہ ہوتا تھا, اس کے بعد یہ ہال بن گئے, انہوں نے 16 دن کا ڈرامہ کر دیا. 16واں شو کونسل اٹھاتی تھی. اچھا 16واں شو کونسل اٹھاتی تھی, پروڈیوسر نہیں اٹھاتا تھا. وہ 16ویں شو کے جتنے پیسے ہوتے تھے نا, چاہے 50,000 کا لگے, لاکھ کا لگے, 2 کا لگے, وہ کونسل کے پاس جمع ہوتا تھا ان کے وہاں کے بینک میں, کہ یہ آرٹسٹوں کے فنڈ کے لیے, جس کو کسی کو ضرورت پڑے, کسی کی بیٹی کی شادی ہے یا بچے کی یا کوئی ایسی اس کی پرابلم ہے یا بیماری ہے تو اس کو دیا جائے. تو وہ آج تک کسی کو ملا بھی ہے؟ نہیں. 1.5 کروڑ سے تو زیادہ پیسے گورنمنٹ لیول پہ آتے ہیں نا, اب آرٹسٹوں کا فنڈ آتا ہے. 2 دفعہ مجھ سے زلفی نے سین کروایا ہیں, ذوالفقار زلفی صاحب نے 2 دفعہ میں نے فارم دیے ہیں کہ بھی میں, ظاہر ہے میرا شوہر فوت ہو گیا, میں بڑی محنت کی عورت ہوں, لیکن میرا ادھر سے کچھ میرا سلسلہ کر دیں تاکہ چلو میرا تھوڑا سا چل جائے, سلسلہ چل جائے. 2 دفعہ فارم دیا, میں سے شناختی کارڈ کی کاپیاں بھی لیں, سین بھی کروائے, سب کچھ کیا, لیکن 1.5 سال, اس بات کو 1.5 سال ہو گیا, کوئی پیسہ نہیں ملا. اچھا آپ کو مرض کیا ہے؟ مجھے اچانک ہی, بس میں بہاول نگر سے ڈرامہ کر کے آئی ہوں, تو مجھے اچانک ہی نا میرے وامٹ ہو رہی تھی, پانی پیتی تھی, کھانا نہیں کھایا جا رہا تھا. تو ایسے 3-4 دن میں بالکل ایسے شلنگ ہو گئی, میں کہوں پتہ نہیں کیا ہوا ہے. میں پھر ہاسپٹل گئی ہوں, وہاں سے ٹیسٹ کروائے ہیں, پھر معدے کا ٹیسٹ کیا, وہ جو کرتے ہیں کیمرے میں, اس میں انہوں نے کہا جی آپ کا تو معدے کا منہ ہی بند ہے, سارا زخموں سے بھرا ہوا ہے, تلی اتنی پھولی ہوئی ہے کہ کسی ٹائم بھی پھٹ سکتی ہے. تو آپ نے بالکل نہ تیز چلنا ہے, نہ کوئی بھاری چیز اٹھانی ہے, نہ یہ. جب وہ بتایا تو میں دیکھتی رہ گئی. اس سے اگلے دن دونوں رپورٹیں جو ہے نا وہ مل گئی. اس میں ہیپاٹائٹس ایکٹیو آیا, معدے کا بھی وہ سارا انہوں نے بتا دیا. اچھا کبھی کبھی جب اکیلے بیٹھ کے, یہ 4 مہینے جب گزر رہے ہیں, اکیلے بیٹھ کے روتی بھی ہوں گی؟ بہت روتی ہوں, بالکل اکیلی بیٹھی ہوتی ہوں اس گھر میں. یہ دونوں بچے جاب پہ چلے جاتے ہیں. مجھے تکلیف اس بات کی ہے کہ بندے خدا دے, کم از کم مجھے کوئی کال کر کے تو پوچھتا کہ یار وہ نظر نہیں آ رہی, کہاں ہے. یہ بات زیادہ میرا دل کاٹ گئی. پھر دل کو تسلی دی کہ جنہوں نے مرزا صاحب کے فوت ہونے کے بعد کسی نے پلٹ کر نہیں دیکھا, تو اب مجھے میرے ساتھ کیا واسطہ ہے, مجھے کیوں پوچھیں گے. کیا میں آرٹسٹ نہیں ان کے لیے؟ ان کو پتہ ہے کہ یہ تو سکھانے والے لوگ, ہمارا استاد گرانا. ہم سب سے پہلے اس کو چنے, فلمیں کی ہیں. میں نے باقاعدہ افتخار ٹھاکر کو فون کیا, میں کہا ٹھاکر یہ فلمیں بنا رہے ہو گپی اگروال کے ساتھ مل کے, پتہ نہیں یہی نام ہے اس کا. اوہو اچھا بھابی جی, انشاءاللہ میں تہاڈے نال رابطہ کراں گا. یہ دوبارہ فلم بنانی شروع کی, گئے ہیں سب نے کام کیا, کوئی نہیں. آج مجھے ان بچوں کی ضرورت ہے, ان لوگوں کی ضرورت ہے. آج میں وہ ماں ہوں جو جھولی خالی کر کے بیٹھی ہوں. کیا فائدہ. میں نے تو مردوں کی طرح زندگی گزاری ہے. مرزا صاحب کو 16-17 سال ہو گئے, 2008 میں فوت ہوئے. میں نے کسی سے کبھی ایک پیسے کی مدد نہیں مانگی, اللہ نہ کرے. اس گھر میں آپ کے پاس کون کون رہتا ہوتا تھا؟ بہت اسٹرگل دور میں سارے ادھر رہتے تھے, سب ادھر رہتے تھے. اولاد کی طرح پالا ہے, یہاں تک کپڑے دھو کے بھی ان کو پہنائے کہ یار بچے ہیں, پردیسی ہیں, ان کا کوئی نہیں. تو بہرحال کیا شکوہ, کیا گلا کروں کسی سے, کچھ بھی نہیں. یہ تو خود چاہیے نا کہ آج ہم پر اللہ کی رحمتیں ہیں, یار ہم اس گھر سے پودے لگے ہوئے ہیں, تو کم از کم ہم جا کے اس کو پوچھیں کہ بھابی تو آپ کو کوئی ضرورت تو نہیں. تو جنہوں نے مجھے تیسرے دن میں جب ڈرامہ کرنے چلی گئی ہوں, تماثیل میں ڈرامہ لگا ہوا تھا, جب میں وہ کرنے چلی گئی ہوں تو وہاں سب جو تھے انہوں نے مجھے نہیں کہا کہ آپ کیوں آئی ہیں. اس وقت کے اس دھچکے نے مجھے مضبوط کر دیا. اس مکان کا نا پیسے اس بندے نے مجھ سے لے لیے تھے. یہ اوقاف کی جگہ ہے, کسی کی بھی یہاں ملکیت نہیں ہے, یہ بی بی پاک دامن کی جگہ ہے. اور اس نے یہ چھت گر گئی 2008 میں, سب کو پتا ہے. ایک یہ چھت گر گئی, بچ گئے سارے بچے, اچانک ہی باہر آئے ناشتہ کرنے کے لیے تو پوری چھت نیچے. اچھا آپ بچے کیا کرتے ہیں, بیٹے دونوں کیا کرتے ہیں؟ بیٹے دونوں, ایک یہ ہوٹل میں ہے کام کرتا ہے, اس میں سیل مینیجر ہے. تو دوسرا جو ہے یہ EFU ہے نا, جو یہ مال پہ, وہاں جاب کرتا ہے. تو گلا شکوہ کسی سے نہیں, صرف گورنمنٹ سے شکوہ ہے.
کہ خدا کے لیے اپنے ملک کے فنکاروں کو بچائیں، ملک کے فنکاروں کو اس طرح خوار نہ کریں، جن کے پاس گھر نہیں ان کو گھر لے کے دیں، جو بیمار ہیں ان کا علاج گورنمنٹ کروائے، اور ہمارے جو آرٹسٹ ہیں اللہ تعالیٰ نے جن کو اتنا دیا ہوا ہے، میں کہتی ہوں ان کو چاہیے کہ کوئی بڑا سا ایسا کچھ کریں کہ جس میں ہر آرٹسٹ کا علاج جو ہے فری ہو، اور ان کے گھر کا بھی چولہا جلے، ان کا ایسا کوئی سسٹم ہونا چاہیے کہ کوئی نیکیاں کمائیں، تاکہ آگے بھی جانا ہے، وہاں جا کے کیا کہیں گے، اللہ کو کیا منہ دکھانا ہے۔